ਸਾਹਿਬ ਜੀਓ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ। ਓੜਕ ਓੜਕ ਭਾਲ ਥਕੇ ਵੇਦ ਕਹਿਨ ਇਕ ਵਾਤ। ਸਹਿਸ 18 ਕਹਿਨ ਕਤੇਬਾ ਅਸਲੂ ਇਕ ਧਾਤ। ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਪਰਮ ਸਨਮਾਨਿਓ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੇ ਹੋ। ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਚੱਲ ਰਹੀ ਜਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿੱਚੋਂ 22ਵੀਂ ਪੌੜੀ ਦੇ ਪਾਠ ਨੂੰ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਗੁਰੂ ਕਿਰਪਾ ਰਹਿਮਤ ਸਦਕਾ ਇਸ ਪਾਵਨ ਪੌੜੀ ਦੀ ਵਿਚਾਰ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਪਿੱਛੇ ਵੀ ਆਪਾਂ ਇਸ ਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਪੜ੍ਹ ਆਏ ਹਾਂ, ਜਿਸ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਕਰਤੇ ਦੀ ਰਚੀ ਹੋਈ ਰਚਨਾ ਦਾ, ਉਸ ਦੇ ਪਸਾਰੇ ਦਾ, ਉਸ ਦੀ ਕੁਦਰਤ ਦਾ ਜ਼ਿਕਰ ਕੀਤਾ ਹੈ। ਨਾਲ ਇਹ ਵੀ ਦੱਸਣ ਦਾ ਯਤਨ ਕੀਤਾ ਹੈ ਕਿ ਉਸ ਕਰਤੇ ਦੀ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ, ਨਾ ਹੀ ਉਹਦਾ ਲੇਖਾ ਜੋਖਾ ਕੀਤਾ ਜਾ ਸਕਦਾ ਹੈ। ਬਹੁਤ ਮਨੁੱਖ ਆਏ ਜੋ ਉਹਦੀ ਕੁਦਰਤ ਦਾ ਲੇਖਾ ਜੋਖਾ ਕਰਨ ਦਾ ਯਤਨ ਕਰਦੇ ਰਹੇ, ਉਹਦੇ ਅੰਤ ਨੂੰ ਪਾਉਣ ਦਾ ਯਤਨ ਕਰਦੇ ਰਹੇ, ਇਸ ਸੰਸਾਰ ਦੇ ਵਿੱਚੋਂ ਚਲੇ ਗਏ, ਪਰ ਉਹਦਾ ਅੰਤ, ਉਹਦੇ ਪਸਾਰੇ ਦਾ ਅੰਤ ਉਹ ਨਾ ਪਾ ਸਕੇ। ਕਿਉਂਕਿ ਮਨੁੱਖ ਦਾ ਸੁਭਾਅ ਹੈ, ਮਨੁੱਖ ਦੀ ਫਿਤਰਤ ਹੈ, ਜਿਹੜੀ ਵੀ ਚੀਜ਼ ਉਹਦੀਆਂ ਅੱਖਾਂ ਦੇ ਸਾਹਮਣੇ ਆਉਂਦੀ ਹੈ ਉਹਦੀ ਹਸਤੀ ਨੂੰ ਉਹ ਜਾਣਨਾ ਚਾਹੁੰਦਾ ਹੈ ਕਿ ਇਹਦਾ ਆਦਿ ਕੀ ਹੈ, ਇਹਦਾ ਅੰਤ ਕੀ ਹੈ, ਇਹਦਾ ਮੱਧ ਕੀ ਹੈ, ਇਹ ਚੀਜ਼ ਕਿਵੇਂ ਪੈਦਾ ਹੋਈ, ਕਿੱਥੋਂ ਇਹਦਾ ਵਜੂਦ ਕੀ ਹੈ, ਇਹ ਜਾਣਨਾ ਚਾਹੁੰਦਾ ਹੈ। ਇਸੇ ਤਰ੍ਹਾਂ ਮਨੁੱਖ ਕੁਦਰਤ ਨੂੰ ਜਾਣ ਕਰਕੇ ਉਸ ਕਰਤੇ ਦੇ ਅੰਤ ਨੂੰ ਜਾਂ ਉਹਦੀ ਕੁਦਰਤ ਦਾ ਪਸਾਰਾ, ਇਹਨੂੰ ਪੂਰੀ ਤਰ੍ਹਾਂ ਆਪਣੇ ਲੇਖੇ ਜੋਖੇ ਵਿੱਚ ਲਿਆ ਕਰਕੇ ਇਹਦਾ ਅੰਤ ਪਾਉਣ ਦਾ ਯਤਨ ਕਰਦਾ ਹੈ। ਜੋ ਅੱਜ ਪੌੜੀ ਆਪਾਂ ਨੇ ਇਹ ਪੜ੍ਹੀ ਹੈ ਪਾਠ ਰੂਪ ਦੇ ਵਿੱਚ 22ਵੀਂ ਪੌੜੀ, ਇਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਆਨ ਕਰਦਿਆਂ ਹੋਇਆਂ ਆਖਿਆ ਹੈ ਵੀ ਲੋਕਾਂ ਨੇ ਲੱਖਾਂ ਪਤਾਲਾਂ ਦੀ ਗੱਲ ਕੀਤੀ, ਲੱਖਾਂ ਆਕਾਸ਼ਾਂ ਦੀ ਗੱਲ ਕੀਤੀ, ਕਿਸੇ ਨੇ ਆਖਿਆ ਵੀ ਹਜ਼ਾਰਾਂ ਆਲਮ ਨੇ ਉਸ ਪਰਮਾਤਮਾ ਦੁਆਰਾ ਬਣਾਏ ਹੋਏ ਇਸ ਕੁਦਰਤ ਦੇ ਵਿੱਚ। ਤੇ ਗੁਰੂ ਪਾਤਸ਼ਾਹ ਜੀ ਨੇ ਅਖੀਰਲੀਆਂ ਪੰਕਤੀਆਂ ਦੇ ਵਿੱਚ ਬਹੁਤ ਸੋਹਣੇ ਢੰਗ ਦੇ ਨਾਲ, ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਉਹਨਾਂ ਦੀਆਂ ਇਸ ਲੇਖੇ ਜੋਖੇ ਵਾਲੀਆਂ ਗੱਲਾਂ ਦਾ, ਇਸ ਮਨੌਤ ਦਾ ਬਹੁਤ ਖੂਬਸੂਰਤ ਢੰਗ ਦੇ ਨਾਲ ਖੰਡਨ ਕੀਤਾ ਵੀ ਭਲਿਓ ਤੁਸੀਂ ਲੱਖਾਂ ਪਤਾਲ ਕਹਿ ਰਹੇ ਹੋ, ਲੱਖਾਂ ਆਕਾਸ਼ ਕਹਿ ਰਹੇ ਹੋ, ਹਜ਼ਾਰਾਂ ਆਲਮ ਕਹਿ ਰਹੇ ਹੋ,
ਕਹਿਣ ਲੱਗੇ ਉਹਦਾ ਤੇ ਲੇਖਾ ਹੀ ਨਹੀਂ ਹੋ ਸਕਦਾ। ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਇਸ ਅਖੀਰਲੀਆਂ ਪੰਕਤੀਆਂ ਤੋਂ ਆਪਾਂ ਇਹਨਾਂ ਨੂੰ ਬੇਸ ਬਣਾ ਕਰਕੇ, ਜਿਵੇਂ ਅੱਗੇ ਆਪਾਂ ਪੌੜੀਆਂ ਦੀ ਵਿਚਾਰ ਕਰਦੇ ਆਏ ਹਾਂ, ਇਸ ਪੌੜੀ ਦੀ ਵਿਚਾਰ ਕਰਨ ਦੀ ਆਪਾਂ ਕੋਸ਼ਿਸ਼ ਕਰਨੀ ਹੈ ਵੀ ਲੇਖਾ ਉਸ ਚੀਜ਼ ਦਾ ਕੀਤਾ ਜਾਂਦਾ ਹੈ ਜਿਹੜੀ ਚੀਜ਼ ਹਿਸਾਬ ਕਿਤਾਬ ਦੇ ਵਿੱਚ ਆ ਜਾਏ, ਪਰ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦਾ ਲੇਖਾ ਕਰਨਾ, ਉਹਦਾ ਹਿਸਾਬ ਕਿਤਾਬ ਕਰਨਾ, ਇਹ ਨਾਮੁਮਕਿਨ ਜੀ ਗੱਲ ਹੈ। ਕਿਉਂਕਿ ਪਰਮਾਤਮਾ ਦੀ ਕੁਦਰਤ ਜਿਹੜੀ ਹੈ, ਉਹਦਾ ਪਸਾਰਾ ਜਿਹੜਾ ਹੈ, ਉਹ ਲੇਖੇ ਜੋਖੇ ਦੇ ਵਿੱਚ, ਉਹ ਹਿਸਾਬ ਕਿਤਾਬ ਦੇ ਵਿੱਚ ਆ ਹੀ ਨਹੀਂ ਸਕਦਾ। ਕਿਉਂਕਿ ਇੱਥੇ ਤੇ ਲੇਖੇ ਖਤਮ ਹੋ ਜਾਂਦੇ ਨੇ। ਇੱਥੇ ਤੇ ਹਿੰਦਸੇ ਸ਼ਬਦ ਜਿਹੜੇ ਹਨ, ਭਾਵੇਂ ਲੱਖਾਂ ਸ਼ਬਦ ਵਰਤ ਲਈਏ, ਭਾਵੇਂ ਕਰੋੜਾਂ ਸ਼ਬਦ ਵਰਤ ਲਈਏ, ਭਾਵੇਂ ਅਸੰਖ ਸ਼ਬਦ ਵਰਤ ਲਈਏ, ਇਹ ਵੀ ਸ਼ਬਦ ਘੱਟ ਪੈ ਜਾਂਦੇ ਨੇ। ਪਿੱਛੇ ਆਪਾਂ ਪੌੜੀ ਨੰਬਰ 17, 18, 19 ਇਹ ਪੌੜੀਆਂ ਦੀ ਵਿਚਾਰ ਕਰਕੇ ਆਏ ਆ, ਤੇ ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਕੁਦਰਤ ਦੇ ਪਸਾਰੇ ਦਾ ਜ਼ਿਕਰ ਕਰਦਿਆਂ ਹੋਇਆਂ ਚਾਰਾਂ ਪੌੜੀਆਂ ਦੇ ਅਖੀਰਲੀਆਂ ਪੰਕਤੀਆਂ ਦੇ ਵਿੱਚ ਇਹ ਆਖਿਆ ਹੈ, ਕੁਦਰਤ ਕਮਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੀ ਬਣਾਈ ਹੋਈ ਕੁਦਰਤ ਦਾ ਮੈਂ ਅੰਤ ਨਹੀਂ ਪਾ ਸਕਦਾ। ਮੈਂ ਕੀ ਵਿਚਾਰ ਦੱਸ ਸਕਦਾ ਵਾਂ ਤੇਰੀ ਜੋ ਕੁਦਰਤ ਤੂੰ ਰਚੀ ਹੈ, ਤੂੰ ਜੋ ਬਣਾਈ ਹੈ। ਮੈਂ ਤੇ ਇੱਕ ਵਾਰ ਸਦਕੇ ਜਾਣ ਜੋਗਾ ਵੀ ਨਹੀਂ ਆ। ਮੇਰੀ ਹਸਤੀ ਬੜੀ ਤੁੱਛ ਹੈ ਵੀ ਆਪ ਜੀ ਦੀ ਕੁਦਰਤ ਤੋਂ ਮੈਂ ਸਦਕੇ ਜਾ ਸਕਾਂ। ਉਹਦਾ ਲੇਖਾ ਜੋਖਾ ਕਰਨਾ ਤੇ ਕਿਤੇ ਰਿਹਾ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪੌੜੀਆਂ ਦੇ ਵਿੱਚ ਅਸੰਖ ਸ਼ਬਦ ਵਰਤਿਆ ਹੈ, ਤੇ ਗੁਰੂ ਪਾਤਸ਼ਾਹ ਜੀ ਅਖੀਰਲੀ 19ਵੀਂ ਪੌੜੀ ਦੇ ਵਿੱਚ ਕਹਿੰਦੇ ਨੇ, ਭਾਵੇਂ ਮੈਂ ਆਪਣੇ ਵੱਲੋਂ ਅਸੰਖ ਸ਼ਬਦ ਵਰਤਿਆ ਹੈ, ਤੇਰੀ ਕੁਦਰਤ ਦੇ ਪਸਾਰੇ ਦਾ ਜ਼ਿਕਰ ਕਰਦਿਆਂ ਹੋਇਆਂ, ਅਸੰਖ ਨਾਮ ਅਸੰਖ ਥਾਮ, ਅਗੰਮ ਗੰਮ ਅਸੰਖ ਲੋ, ਅਸੰਖ ਕਹੇ ਸਿਰ ਭਾਰ ਹੋਏ। ਪਰ ਅਸੰਖ ਸ਼ਬਦ ਵਰਤ ਕੇ ਵੀ ਮੈਨੂੰ ਜਾਪਦਾ ਕਿ ਮੈਂ ਆਪਣੇ ਸਿਰ ਦੇ ਉੱਤੇ ਬੜਾ ਭਾਰ ਜਿਹੜਾ ਹੈ ਉਹ ਚੜਾ ਲਿਆ ਹੈ। ਭਾਵ ਤੂੰ ਅਸੰਖ ਸ਼ਬਦ ਦੀ ਵੀ ਗਿਣਤੀ ਮਿਣਤੀ ਵਿੱਚ ਨਹੀਂ ਆਉਂਦਾ। ਲੱਖਾਂ ਹਜ਼ਾਰਾਂ ਇਹ ਤੇ ਸ਼ਬਦ ਬੜੇ ਘੱਟ ਪੈ ਜਾਂਦੇ ਨੇ ਤੇਰੇ ਲੇਖੇ ਜੋਖੇ ਨੂੰ ਕਰਨ ਵਾਸਤੇ। ਸੋ ਸਾਡਾ ਜਿਹੜਾ ਮਨੋਰਥ ਹੈ ਉਹ ਇਹ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ, ਹਉਮੈ ਤੋਂ ਰਹਿਤ ਹੋ ਕਰਕੇ, ਉਹਦੀ ਹੁਕਮ ਰਜ਼ਾ ਵਿੱਚ ਵਿਚਰ ਕਰਕੇ ਅਸੀਂ ਸਚਿਆਰ ਹੋਣਾ, ਨਾ ਕਿ ਅਸੀਂ ਅੰਤ ਪਾਣਾ। ਨਾ ਹੀ ਅਸੀਂ ਅੰਤ ਉਹਦਾ ਪਾ ਸਕਦੇ ਹਾਂ, ਤੇ ਨਾ ਹੀ ਕਦੇ ਉਹਦੇ ਅੰਤ ਨੂੰ ਪਾਉਣ ਦੀ ਕੋਸ਼ਿਸ਼ ਕਰੀਏ। ਹਾਂ, ਉਹਦੇ ਗੁਣ ਜ਼ਰੂਰ ਵਿਚਾਰਨੇ ਆ। ਉਹਦੇ ਗੁਣ ਵਿਚਾਰ ਕਰਕੇ ਆਪਣੀ ਜ਼ਿੰਦਗੀ ਵਿੱਚ ਟਿਕਾ ਕਰਕੇ ਅਸੀਂ ਸਚਿਆਰ ਹੋਣਾ ਵਾ, ਅਸੀਂ ਖੂਬਸੂਰਤ ਜੀਵਨ ਜਿਉਣ ਵਾਲੇ ਬਣਨਾ ਵਾ। ਹੁਣ ਗੁਰੂ ਪਾਤਸ਼ਾਹ ਜੀ ਵਾਰ-ਵਾਰ ਉਸ ਕਰਤੇ ਦੇ ਗੁਣ ਬਿਆਨ ਕਰਕੇ, ਉਸ ਕਰਤੇ ਦੀ ਵਡਿਆਈ ਦੱਸ ਕਰਕੇ, ਕੁਦਰਤ ਦੇ ਵਿੱਚ ਉਹਨੂੰ ਵਸਦਾ ਹੋਇਆ ਬਿਆਨ ਕਰਕੇ ਨਾਲ ਇਹ ਦੱਸਣ ਦਾ ਯਤਨ ਕਰ ਰਹੇ ਨੇ ਕਿ ਉਹ ਕਰਤਾ ਤੇ ਉਹਦੀ ਬਣਾਈ ਹੋਈ ਕੁਦਰਤ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹਦਾ ਕੋਈ ਲੇਖਾ ਜੋਖਾ ਨਹੀਂ ਕਰ ਸਕਦਾ। ਹੁਣ ਜਿਵੇਂ ਇੱਥੇ ਪੰਕਤੀਆਂ ਵਿੱਚ ਗੁਰੂ ਮਹਾਰਾਜ ਜੀ ਨੇ ਲਿਖਿਆ ਹੈ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਵੀ ਲੇਖਾ ਹਿਸਾਬ ਕਿਤਾਬ ਤਾਂ ਕੀਤਾ ਜਾਏ ਜੇ ਕੋਈ ਚੀਜ਼ ਹਿਸਾਬ ਕਿਤਾਬ ਦੇ ਵਿੱਚ ਆ ਸਕੇ। ਉਹ ਤੇ ਹਿੰਦਸਿਆਂ ਤੋਂ ਬਾਹਰ ਹੈ, ਉਹ ਤੇ ਅੱਖਰਾਂ ਤੋਂ ਬਾਹਰ ਹੈ, ਉਹ ਤੇ ਸ਼ਬਦਾਂ ਤੋਂ ਬਾਹਰ ਹੈ। ਉਹਦਾ ਲੇਖਾ ਜੋਖਾ ਕੀਤਾ ਹੀ ਨਹੀਂ ਜਾ ਸਕਦਾ। ਤੇ ਅੱਗੇ ਗੁਰੂ ਮਹਾਰਾਜ ਜੀ ਕਹਿੰਦੇ ਨੇ, ਨਾਨਕ ਵੱਡਾ ਆਖੀਏ, ਆਪੇ ਜਾਣੇ ਆਪ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਲੋਕ ਵੱਡਾ ਆਖਦੇ ਨੇ, ਪਰ ਕਿੱਡਾ ਵੱਡਾ ਹੈ ਇਹ ਕੋਈ ਨਹੀਂ ਦੱਸ ਸਕਦਾ। ਉਹ ਆਪ ਹੀ ਜਾਣਦਾ ਕਿ ਉਹਦਾ ਵਜੂਦ, ਉਹਦਾ ਆਪਣਾ ਆਪਾ ਕਿੱਡਾ ਕੁ ਵਿਸ਼ਾਲ ਦਾਇਰੇ ਵਾਲਾ ਹੈ। ਉਹ ਆਪ ਹੀ ਜਾਣਦਾ ਵਾ। ਹੁਣ ਗੁਰਮੁਖੋ, ਪਰਮਾਤਮਾ ਦਾ ਵੱਡਪਣ ਜਿਹੜਾ ਹੈ ਉਹ ਕਿਸੇ ਮਨੁੱਖ ਦੇ ਅੱਖਰਾਂ ਦਾ ਮੁਤਾਜ ਨਹੀਂ ਹੈ ਵੀ ਅਸੀਂ ਅੱਖਰਾਂ ਦੇ ਨਾਲ ਉਹਨੂੰ ਵੱਡਾ ਆਖਾਂਗੇ ਤੇ ਉਹ ਵੱਡਾ ਹੋ ਜਾਏਗਾ, ਜੇ ਨਹੀਂ ਵੱਡਾ ਆਖਾਂਗੇ ਤੇ ਉਹ ਛੋਟਾ ਹੋ ਜਾਏਗਾ। ਐਸਾ ਨਹੀਂ ਹੈ ਪਰਮਾਤਮਾ, ਉਹਦੀ ਵਡਿਆਈ ਐਸੀ ਨਹੀਂ ਹੈ। ਸਾਡੇ ਆਖਣ ਦੇ ਨਾਲ ਉਹਨੇ ਵੱਡਾ ਨਹੀਂ ਹੋ ਜਾਣਾ, ਸਾਡੇ ਨਾ ਆਖਣ ਦੇ ਨਾਲ ਉਹਨੇ ਛੋਟਾ ਨਹੀਂ ਹੋਣਾ। ਇਹ ਤੇ
ਕਿਸੇ ਮਨੁੱਖ ਨੂੰ ਇਹ ਲੋੜ ਪੈਂਦੀ ਹੈ ਕਿ ਕੋਈ ਮੈਨੂੰ ਵੱਡਾ ਆਖੇ, ਤੇ ਮਨੁੱਖ ਜਿਹੜਾ ਹੈ ਕਿਸੇ ਦੇ ਵੱਡਾ ਆਖਿਆਂ ਵੱਡਾ ਹੁੰਦਾ ਵਾ ਤੇ ਕਿਸੇ ਦੇ ਆਖਿਆਂ ਛੋਟਾ ਹੋ ਜਾਂਦਾ ਵਾ। ਹੁਣ ਜਦੋਂ ਕਿਸੇ ਮਨੁੱਖ ਦੇ ਵਡਿਆਈ ਦੇ ਵਿੱਚ ਚਾਰ ਸ਼ਬਦ ਕੋਈ ਬੋਲ ਦਿੰਦਾ ਹੈ ਤੇ ਮਨੁੱਖ ਖੁਸ਼ ਹੋ ਜਾਂਦਾ ਵੀ ਮੈਨੂੰ ਵਡਿਆਇਆ ਹੈ, ਮੇਰਾ ਮਾਣ ਸਨਮਾਨ ਅਗਲਿਆਂ ਨੇ ਕੀਤਾ ਹੈ। ਜੇ ਉਸੇ ਮਨੁੱਖ ਦੇ ਵਡਿਆਈ ਦੇ ਵਿੱਚ ਕੋਈ ਚਾਰ ਸ਼ਬਦ ਨਾ ਬੋਲੇ ਤੇ ਮਨੁੱਖ ਨਾਰਾਜ਼ ਹੋ ਜਾਂਦਾ ਵੀ ਇਹਨਾਂ ਨੇ ਮੇਰੀ ਕੋਈ ਇੱਜ਼ਤ ਨਹੀਂ, ਇਹਨਾਂ ਨੇ ਕੋਈ ਮੇਰੀ ਮਾਣ ਵਡਿਆਈ ਨਹੀਂ ਕੀਤੀ, ਮੈਨੂੰ ਵੱਡਾ ਨਹੀਂ ਆਖਿਆ, ਇਹਨਾਂ ਨੇ ਮੇਰੇ ਵਾਸਤੇ ਕੋਈ ਸ਼ਬਦ ਹੀ ਨਹੀਂ ਬੋਲੇ। ਜੋ ਮੈਂ ਕੰਮ ਕਰਦਾ ਰਿਹਾ ਵਾਂ ਇਹਨਾਂ ਲੋਕਾਂ ਨੇ ਉਹਦਾ ਜ਼ਿਕਰ ਹੀ ਨਹੀਂ ਕੀਤਾ, ਮੈਨੂੰ ਵੱਡਾ ਹੀ ਨਹੀਂ ਆਖਿਆ। ਇਹ ਸ਼ਬਦ ਤੇ ਮਨੁੱਖ ਆਪਣੇ ਵਾਸਤੇ, ਆਪਣੀ ਵਡਿਆਈ ਵਾਸਤੇ ਇਹ ਵਰਤਦਾ ਵਾ। ਮਨੁੱਖ ਨੂੰ ਇਹਨਾਂ ਸ਼ਬਦਾਂ ਦੀ ਲੋੜ ਪੈਂਦੀ ਹੈ ਵੱਡਾ ਜਾਂ ਛੋਟਾ ਅਖਵਾਉਣ ਦੀ, ਪਰ ਉਸ ਪਰਮਾਤਮਾ ਦੇ ਬਾਰੇ ਉਹਨੂੰ ਕੋਈ ਲੋੜ ਨਹੀਂ ਹੈ ਵੀ ਉਹ ਕਿਸੇ ਦੇ ਆਖਿਆਂ ਵੱਡਾ ਹੋਏਗਾ, ਜੇ ਨਾ ਆਖਿਆਂ ਉਹ ਛੋਟਾ ਹੋ ਜਾਏਗਾ। ਆਪਾਂ ਬਾਣੀ ਵਿੱਚੋਂ ਪੜ੍ਹਦੇ ਵੀ ਹਾਂ, ਉਹ ਆਪਣੇ ਆਪ ਦੇ ਵਿੱਚ ਵੱਡਾ ਹੈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਵੀ ਜੇ ਸਾਰੇ ਸੰਸਾਰ ਦੇ ਜੀਵ ਮਿਲ ਕੇ ਉਸ ਪਰਮਾਤਮਾ ਨੂੰ ਵੱਡਾ ਵੱਡਾ ਆਖਣ ਤੇ ਉਹ ਵੱਡਾ ਨਹੀਂ ਹੋ ਜਾਣਾ, ਕਿਉਂਕਿ ਉਹ ਆਪਣੀ ਹਸਤੀ ਦਾ ਮਾਲਕ ਆਪ ਹੈ। ਕਿੱਡਾ ਵੱਡਾ ਹੈ ਆਪਾਂ ਬਿਆਨ ਵੀ ਨਹੀਂ ਕਰ ਸਕਦੇ। ਜੇ ਕੋਈ ਜੀਵ ਸੰਸਾਰ ਦਾ ਉਹਨੂੰ ਬਿਲਕੁਲ ਵੱਡਾ ਨਾਮ ਹੀ ਆਖੇ ਤੇ ਉਹਨੂੰ ਛੋਟਾ ਨਹੀਂ ਹੋ ਜਾਣਾ। ਉਹਦੀ ਵਡਿਆਈ ਕੁਝ ਲਫ਼ਜ਼ਾਂ ਦੀ ਜਾਂ ਕੁਝ ਸ਼ਬਦਾਂ ਦੀ ਮੁਹਤਾਜ ਨਹੀਂ ਹੈ। ਹਾਂ, ਜਿਸ ਇਨਸਾਨ ਨੇ ਉਸ ਨੂੰ ਵੱਡਾ ਆਖਿਆ ਹੈ ਜਾਂ ਵੱਡਾ ਮੰਨਿਆ ਹੈ, ਉਹਦੇ ਗੁਣਾਂ ਦੇ ਵਿੱਚੋਂ ਉਹਦੀ ਵਡਿਆਈ ਨੂੰ, ਉਹਦਾ ਅਹਿਸਾਸ ਉਹਨੂੰ ਲੱਗਾ ਹੈ ਕਿ ਪਰਮਾਤਮਾ ਗੁਣਾਂ ਕਰਕੇ ਮਹਾਨ ਹੈ, ਵੱਡਾ ਹੈ, ਤੇ ਉਹਦੇ ਗੁਣਾਂ ਨਾਲ ਪ੍ਰੇਮ ਪਾ ਕਰਕੇ, ਸਾਂਝ ਪਾ ਕਰਕੇ ਜ਼ਿੰਦਗੀ ਆਪਣੀ ਜਿਉਣ ਦਾ ਯਤਨ ਕੀਤਾ ਹੈ, ਉਹ ਗੁਣਾਂ ਕਰਕੇ ਜ਼ਰੂਰ ਵੱਡਾ ਹੋਇਆ ਹੈ। ਜੋ ਪਰਮਾਤਮਾ ਦੇ ਗੁਣ ਸਨ ਨਾ, ਉਹ ਗੁਣ ਉਹਨੇ ਚੇਤੇ ਕਰ ਕਰਕੇ, ਵਡਿਆਈ ਕਰ ਕਰਕੇ ਉਹਨੇ ਆਪਣੀ ਜ਼ਿੰਦਗੀ ਵਿੱਚ ਲੈ ਆਂਦੇ ਤੇ ਉਹ ਬੰਦਾ ਜ਼ਰੂਰ ਵੱਡਾ ਹੋ ਜਾਂਦਾ ਵਾ। ਉਹ ਬੰਦਾ ਜ਼ਰੂਰ ਅੰਦਰੋਂ ਸਚਿਆਰ ਤੇ ਖੂਬਸੂਰਤ ਜੀਵਨ ਵਾਲਾ ਬਣ ਜਾਂਦਾ ਵਾ। ਹੁਣ ਉਸ ਪਰਮਾਤਮਾ ਦਾ ਤੇ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ। ਉਸ ਪਰਮਾਤਮਾ ਦਾ ਤੇ ਅੰਤ ਪਾਉਣਾ ਕਿਤੇ ਰਿਹਾ ਜੋ ਪਰਮਾਤਮਾ ਨੇ ਬਣਾਇਆ ਹੈ। ਵੇਖੋ, ਸਮੁੰਦਰ ਹੈ, ਕੋਈ ਬੰਦਾ ਆਖੇ ਜੀ ਮੈਂ ਇਹਦੀ ਬੂੰਦ ਬੂੰਦ ਕਰਕੇ ਅਲੱਗ ਕਰੀ ਜਾਵਾਂ, ਇਹਦੀ ਗਿਣਤੀ ਕਰਾਂ, ਨਾ ਮੁਮਕਿਨ ਜੀ ਗੱਲ ਹੈ। ਜੇ ਕੋਈ ਆਖੇ ਵੀ ਜਿੰਨੀ ਵਨਸਪਤੀ ਹੈ ਉਸ ਵਨਸਪਤੀ ਦੇ ਮੈਂ ਪੱਤੇ ਪੱਤੇ ਨੂੰ ਗਿਣ ਲਵਾਂ, ਉਹਦੇ ਬੂਟਿਆਂ ਨੂੰ ਗਿਣ ਲਵਾਂ, ਫੁੱਲਾਂ ਫਲਾਂ ਨੂੰ ਗਿਣ ਲਵਾਂ, ਉਹਦਾ ਲੇਖਾ ਜੋਖਾ ਕਰ ਲਵਾਂ, ਹਿਸਾਬ ਕਿਤਾਬ ਲਗਾ ਲਵਾਂ, ਨਾ ਮੁਮਕਿਨ ਜੀ ਗੱਲ ਹੈ। ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ, ਜੇ ਕੋਈ ਆਖੇ ਮੈਂ ਕਿਰਨਾਂ ਦੀ ਗਿਣਤੀ ਕਰ ਲਵਾਂ, ਇਹਨਾਂ ਨੂੰ ਜੋਖ ਲਵਾਂ, ਤੇ ਇਹ ਨਾਮੁਮਕਿਨ ਜੀ ਗੱਲ ਹੈ। ਉਹਦੀ ਬਣਾਈ ਹੋਈ ਕੁਦਰਤ ਦਾ ਹੀ ਅੰਤ ਨਹੀਂ ਬੰਦਾ ਪਾ ਸਕਦਾ ਤੇ ਉਸ ਪਰਮਾਤਮਾ ਦਾ ਅੰਤ ਕਿਵੇਂ ਪੈ ਸਕਦਾ ਵਾ। ਬੜਾ ਪਿਆਰਾ ਬਚਨ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਪਵਿੱਤਰ ਬਾਣੀ ਸ਼੍ਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਦੇ ਹੋਏ ਕਹਿੰਦੇ ਨੇ, ਕੋਟ ਕੋਟੀ ਮੇਰੀ ਆਰਜ਼ਾ ਪਵਨ ਪੀਣ ਅਪਿਆਉ। ਵੀ ਮੇਰੀ ਜਿਹੜੀ ਉਮਰ ਹੈ ਨਾ ਉਹ ਕਰੋੜਾਂ ਸਾਲ ਹੋ ਜਾਏ, ਕਰੋੜਾਂ ਵਰੇ ਹੋ ਜਾਏ, ਮੈਂ ਸਮਾਧੀ ਲਾ ਕੇ ਬਹਿ ਜਾਵਾਂ ਤੇ ਮੇਰੀ ਜਿਹੜੀ ਖੁਰਾਕ ਹੈ ਨਾ ਉਹ ਹਵਾ ਹੋਵੇ, ਹਵਾ ਨੂੰ ਖੁਰਾਕ ਬਣਾ ਕੇ ਮੈਂ ਸਮਾਧੀ ਲਾ ਕਰਕੇ ਕਿਸੇ ਗੁਫਾ ਦੇ ਵਿੱਚ ਬੈਠ ਜਾਵਾਂ। ਕੋਟ ਕੋਟੀ ਮੇਰੀ ਆਰਜ਼ਾ ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਓ। ਮੈਂ ਐਸੀ ਗੁਫਾ ਦੇ ਵਿੱਚ ਸਮਾਧੀ ਲਾ ਕੇ ਬੈਠਾਂ ਜਿੱਥੇ ਚੰਦ ਤੇ ਸੂਰਜ ਦੀ ਰੋਸ਼ਨੀ ਪਹੁੰਚ ਹੀ ਨਾ ਸਕੇ, ਤੇ ਮੈਂ ਉੱਥੇ ਨੀਂਦ ਦੀ ਇੱਕ ਝਪੱਕੀ ਵੀ ਨਾ ਮਾਰਾਂ, ਸੁਪਨੇ ਦੇ ਵਿੱਚ ਵੀ ਮੈਂ ਨੀਂਦ ਨਾ ਲਵਾਂ, ਕਿਉਂਕਿ ਮੈਂ ਉਸ ਪਰਮਾਤਮਾ ਨੂੰ ਗਾ ਰਿਹਾ ਵਾਂ, ਪਰਮਾਤਮਾ ਨੂੰ ਵਡਿਆ ਰਿਹਾ ਵਾਂ। ਤੇ ਕਹਿੰਦੇ ਇੰਨਾ ਕੁਝ ਕਰਨ ਦੇ ਬਾਵਜੂਦ, ਉਹਦੇ ਇੰਨੇ ਗੁਣ ਗਾਣ ਦੇ ਬਾਵਜੂਦ ਵੀ ਕਰੋੜਾਂ ਵਰਿਆਂ ਦੀ ਉਮਰ ਲੈ ਕਰਕੇ ਉਹਦੇ ਕਰੋੜਾਂ ਵਰਿਆਂ ਤੱਕ ਮੈਂ ਉਹਦੇ ਗੁਣ ਗਾਉਂਦਾ ਰਵਾਂ। ਵੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ। ਤੇਰੀ ਕੀਮਤ ਨਹੀਂ ਪੈ ਸਕਦੀ ਮਾਲਕ ਵਾਹਿਗੁਰੂ ਜੀ। ਤੇ ਕਹਿੰਦੇ ਨੇ ਵੀ ਮਾਲਕ ਵਾਹਿਗੁਰੂ ਜੀ ਵੀ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ ਪਾ ਸਕਦਾ। ਫਿਰ ਅੱਗੇ ਕਹਿੰਦੇ ਨੇ ਵੀ ਪੰਖੀ ਹੋਏ ਜੇ ਸਹਿ ਪਵਾਂ, ਪੰਖੀ ਹੋਏ
ਸੇ ਜੈ ਭਵਾਂ ਸਹਿ ਅਸਮਾਨੀ ਜਾਓ, ਨਦਰੀ ਕਿਛੂ ਨਾ ਆਵਈ, ਨਾ ਕੁਛ ਪੀਆ ਨਾ ਖਾਓ। ਕਹਿੰਦੇ ਨੇ ਮੈਂ ਪੰਖੀ ਬਣ ਜਾਵਾਂ ਤੇ ਮੈਂ ਆਕਾਸ਼ ਦੀ ਉਡਾਰੀ ਲਗਾਵਾਂ ਤੇ ਇਹ ਯਤਨ ਕਰਾਂ, ਇਹ ਮੈਂ ਖੋਜ ਕਰਨ ਦਾ ਯਤਨ ਕਰਾਂ ਵੀ ਆਕਾਸ਼ ਕਿੱਡਾ ਲੰਮਾ ਚੌੜਾ ਵਾ, ਇਹਦਾ ਆਦਿ ਕੀ ਹੈ, ਇਹਦਾ ਅੰਤ ਕੀ, ਇਹ ਵੇਖਣ ਦਾ ਯਤਨ ਕਰਾਂ। ਇੱਕ ਸਾਰ ਮੈਂ, ਇੱਕ ਤਾਰ ਮੈਂ ਉਡਾਰੀ ਲਾਈ ਤੁਰਿਆ ਜਾਵਾਂ। ਮੈਨੂੰ ਖਾਣ ਦੀ ਚਿੰਤਾ ਨਾ ਹੋਵੇ, ਮੈਨੂੰ ਪੀਣ ਦੀ ਚਿੰਤਾ ਨਾ ਹੋਵੇ, ਮੇਰੇ ਮਨ ਦੇ ਵਿੱਚ ਇਹ ਵਿਚਾਰ ਹੋਵੇ ਵੀ ਮੈਂ ਇਸ ਆਕਾਸ਼ ਦਾ ਪਾਰਾਵਾਰ, ਮੈਂ ਇਹਦੇ ਪਾਰਲੇ ਬੰਨੇ ਜਾਣਾ ਵਾ, ਇਹਦੇ ਅੰਤ ਤੱਕ ਜਾਣਾ ਵਾ, ਮੈਂ ਕਿਸੇ ਨੂੰ ਨਜ਼ਰੀ ਵੀ ਨਾ ਆਵਾਂ, ਮੈਂ ਇੰਨੀ ਤੇਜ਼ ਉਡਾਰੀ ਮਾਰਾਂ। ਕਹਿਣ ਲੱਗੇ ਵੀ ਤੇਰੀ ਕੀਮਤ ਨਾ ਪਵੈ ਉਹ ਕੇਵੜ ਆਖਾਂ ਨਾ। ਕਹਿੰਦੇ ਨੇ ਫਿਰ ਵੀ ਤੇਰੀ ਬਣਾਈ ਹੋਈ ਕੁਦਰਤ ਦਾ, ਤੇਰੇ ਗੁਣਾਂ ਦਾ ਅੰਤ ਨਹੀਂ ਮੈਂ ਪਾ ਸਕਦਾ। ਅੱਗੇ ਕਹਿੰਦੇ ਨਾਨਕ ਕਾਗਦ ਲਖ ਮਣਾ, ਪੜ ਪੜ ਕੀਚੇ ਭਾਉ, ਮਸੂ ਟੋਟ ਨਾ ਆਵਈ, ਲੇਖੇ ਪਾਉਣ ਚਲਾਓ। ਕਹਿੰਦੇ ਲੱਖਾਂ ਮਣਾ ਕਾਗਦ ਮੇਰੇ ਕੋਲ ਹੋਵੇ ਤੇ ਉਹਦੇ ਉੱਤੇ ਤੇਰੀ ਸਿਫਤ ਤੋਂ ਸਲਾਹ ਲਿਖੀ ਹੋਏ ਤੇ ਮੈਂ ਵਿਚਾਰ ਵਿਚਾਰ ਕੇ ਉਹਨੂੰ ਪੜਾਂ ਤੇ ਵਿਚਾਰਾਂ। ਫਿਰ ਮੈਨੂੰ ਜੋ ਗਿਆਨ ਪੜ ਪੜ ਕੇ ਹੋਇਆ, ਜੋ ਗੁਣ, ਜੋ ਵਡਿਆਈਆਂ, ਜੋ ਮੇਰੀ ਸਮਝ ਵਿੱਚ ਹੋਰ ਆਈਆਂ, ਮੈਂ ਹੋਰ ਉਹਨਾਂ ਨੂੰ ਲਿਖਾਂ, ਹੋਰ ਕਾਗਜ਼ ਲੈ ਕਰਕੇ ਤੇ ਮੈਂ ਫਿਰ ਪਾਉਣ ਨੂੰ ਸਿਆਹੀ ਬਣਾ ਲਵਾਂ, ਕਦੇ ਟੋਟ ਨਾ ਆਵੇ, ਲਗਾਤਾਰ ਮੇਰੀ ਕਲਮ ਚੱਲਦੀ ਰਵੇ। ਮਸੂ ਟੋਟ ਨਾ ਆਵਈ, ਲੇਖੇ ਪਾਉਣ ਚਲਾਓ, ਵੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ। ਫਿਰ ਵੀ ਇਹਨਾਂ ਲੱਖਾਂ ਮਣਾ ਕਾਗਜ਼ ਦੇ ਉੱਤੇ ਲਿਖ ਕਰਕੇ, ਆਪਣੇ ਵੱਲੋਂ ਹੋਰ ਲਿਖ ਕਰਕੇ ਤੇਰੇ ਗੁਣ, ਤੇਰੀਆਂ ਵਡਿਆਈਆਂ, ਤੇਰੇ ਕੁਦਰਤ ਦੇ ਪਸਾਰੇ ਦਾ ਮੈਂ ਜ਼ਿਕਰ ਕਰਾਂ, ਫਿਰ ਵੀ ਤੇਰੀ ਕੀਮਤ, ਤੇਰਾ ਅੰਤ ਨਹੀਂ ਪੈ ਸਕਦਾ ਮਾਲਕ ਵਾਹਿਗੁਰੂ ਜੀ। ਸੋ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਇਹ ਇਨਸਾਨ ਤੋਂ ਉਹਦੇ ਗੁਣ ਗਾ, ਉਹਦੀਆਂ ਵਡਿਆਈਆਂ ਕਰ, ਪਰ ਤੇਰਾ ਮਨੋਰਥ ਇਹ ਨਹੀਂ ਕਿ ਤੂੰ ਉਹਦੇ ਗੁਣ ਗਾ ਕੇ ਉਹਦੀ ਤਹਿ ਤੱਕ ਉਹਦਾ ਅੰਤ ਜਾਂ ਉਹਦੀ ਕੀਮਤ ਪਾਉਣ ਦੀ ਤੂੰ ਕੋਸ਼ਿਸ਼ ਕਰੇ, ਉਹਦਾ ਲੇਖਾ ਜੋਖਾ ਕਰਨ ਦੀ ਤੂੰ ਕੋਸ਼ਿਸ਼ ਕਰੇ। ਕਿਉਂਕਿ ਲੇਖਾ ਹੋਏ ਤਾਂ ਲਿਖੀਏ, ਲੇਖਾ ਉਸ ਚੀਜ਼ ਦਾ ਕੀਤਾ ਜਾਂਦਾ ਹੈ ਜਿਹੜੀ ਹਿਸਾਬ ਕਿਤਾਬ ਦੇ ਵਿੱਚ ਚੀਜ਼ ਆ ਜਾਏ, ਤੇ ਜਿਹੜੀ ਚੀਜ਼ ਹਿਸਾਬ ਕਿਤਾਬ ਦੇ ਵਿੱਚ ਹੀ ਨਹੀਂ ਆ ਰਹੀ, ਉਹਦਾ ਲੇਖਾ ਜੋਖਾ ਤੂੰ ਕਿਵੇਂ ਕਰ ਲਏਗਾ। ਕਹਿੰਦੇ ਨੇ ਜੇ ਲੇਖਾ ਕੋਈ ਕਰ ਵੀ ਲਵੇ ਤੇ ਲੇਖੇ ਦਾ ਵਿਨਾਸ਼ ਹੈ। ਭਾਵ ਹਿੰਦਸਈ ਕੋਈ ਨਹੀਂ ਆਉਂਦੇ, ਸ਼ਬਦ ਹੀ ਕੋਈ ਨਹੀਂ, ਲੱਖਾਂ ਸ਼ਬਦ ਵੀ ਘੱਟ ਪੈ ਜਾਂਦਾ, ਹਜ਼ਾਰਾਂ ਸ਼ਬਦ, ਕਰੋੜਾਂ ਸ਼ਬਦ ਵੀ ਘੱਟ ਪੈ ਜਾਂਦਾ ਹੈ। ਅਸੰਖ ਮੈਂ ਸ਼ਬਦ ਵਰਤਿਆ ਹੈ, ਉਹ ਵੀ ਮੈਨੂੰ ਆਪਣੇ ਆਪ ਤੇ ਭਾਰ ਜਾਪਦਾ ਪਿਆ ਹੈ ਵੀ ਇਹ ਸ਼ਬਦ ਵੀ ਤੇਰੀ ਵਡਿਆਈ, ਤੇਰੇ ਵਡੱਪਣ, ਤੇਰੇ ਗੁਣਾਂ ਦੇ ਉੱਤੇ ਇਹ ਸੰਖਿਆ ਵੀ ਖਰੀ ਨਹੀਂ ਉਤਰਦੀ। ਕਿਤੇ ਤੇਰੇ ਗੁਣਾਂ ਦੀ ਕੀਮਤ ਕੋਈ ਨਹੀਂ ਪਾ ਸਕਦਾ। ਬੜਾ ਪਿਆਰਾ ਬਚਨ ਹੈ ਗੁਰੂ ਪਾਤਸ਼ਾਹ ਜੀ ਦਾ। ਜਿਨ੍ਹਾਂ ਨੇ ਵੀ ਗੁਣ ਗਾਏ ਨੇ ਉਹ ਤੇਰੇ ਵਿੱਚ ਸਮਾ ਗਏ ਨੇ, ਪਰ ਤੇਰੇ ਗੁਣਾਂ ਦੀ ਕੀਮਤ ਕੋਈ ਨਹੀਂ ਪਾ ਸਕਦਾ। ਇਹ ਨਹੀਂ ਅੰਦਾਜ਼ਾ ਲਗਾ ਕੇ ਕੋਈ ਦੱਸ ਸਕਦਾ ਕਿ ਤੇਰਾ ਏਡਾ ਵੱਡਾ ਪਸਾਰਾ ਹੈ। ਤੈਨੂੰ ਗੁਣ ਗਾਉਂਦਿਆਂ ਗਾਉਂਦਿਆਂ, ਤੇਰੀ ਹਸਤੀ ਨੂੰ ਵਿਚਾਰਦਿਆਂ ਵਿਚਾਰਦਿਆਂ ਅਸੀਂ ਇਸ ਨਿਰਣੇ ਤੱਕ ਪਹੁੰਚੇ ਹਾਂ ਵੀ ਤੇਰਾ ਏਡਾ ਵੱਡਾ ਪਸਾਰਾ ਹੈ, ਤੂੰ ਏਡੇ ਪਸਾਰੇ ਦਾ ਮਾਲਕ ਹੈ। ਕਹਿੰਦੇ ਨੇ ਅੱਜ ਤੱਕ ਇਹ ਨਹੀਂ ਕੋਈ ਬਿਆਨ ਕਰਕੇ ਜਾਂ ਦਾਅਵਾ ਕਰਕੇ ਦੱਸ ਸਕਿਆ। ਬੜਾ ਪਿਆਰਾ ਬਚਨ ਹੈ, ਆਪਾਂ ਰੋਜ਼ਾਨਾ ਪੜ੍ਹਦੇ ਹਾਂ। ਸੁਣ ਵੱਡਾ ਆਖੇ ਸਭ ਕੋਈ, ਕੇਵਡ ਵੱਡਾ ਡੀਠਾ ਹੋਏ। ਸਾਰੇ ਸੁਣ ਕੇ ਆਖਦੇ ਨੇ ਕਿ ਪ੍ਰਮਾਤਮਾ ਬੜਾ ਵੱਡਾ ਹੈ, ਬੜਾ ਵਿਸ਼ਾਲ ਹੈ, ਉਹਦੀ ਬਣਾਈ ਹੋਈ ਕੁਦਰਤ ਉਹ ਬੜੀ ਵਿਸ਼ਾਲ ਹੈ। ਪਰ ਕਿੱਡਾ ਵੱਡਾ ਹੈ ਪਰਮਾਤਮਾ, ਉਹਦੀ ਕੁਦਰਤ ਕਿੱਡੀ ਕੁ ਵੱਡੀ ਹੈ, ਇਹ ਕੋਈ ਨਹੀਂ ਅੱਜ ਤੱਕ ਅੰਦਾਜ਼ਾ ਲਗਾ ਕੇ ਦੱਸ ਸਕਿਆ। ਸੁਣ ਵੱਡਾ ਆਖੇ ਸਭ ਕੋਈ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕੋਈ ਕੀਮਤ ਨਹੀਂ ਪਾ ਸਕਿਆ। ਜਿਨ੍ਹਾਂ ਜਿਨ੍ਹਾਂ ਨੇ ਜਪਿਆ ਇਹ ਮਨ ਕਰਕੇ, ਭਾਵਨਾ ਕਰਕੇ, ਸ਼ਰਧਾ ਧਾਰ ਕੇ, ਉਹ ਤੇਰੇ ਵਿੱਚ ਭੇਦ ਹੋ ਗਏ ਨੇ, ਤੇਰੇ ਵਿੱਚ ਲੀਨ ਹੋ ਗਏ ਹਨ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਇਹ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਗਹਿਰ ਹੋ, ਤੁਸੀਂ ਗੰਭੀਰ ਹੋ, ਤੁਹਾਡੀ ਡੂੰਘਾਈ ਦੀ ਮਾਪ ਤੋਲ ਕੋਈ ਨਹੀਂ ਕਰ ਸਕਦਾ। ਜੋ ਤੁਸੀਂ ਪਸਾਰਾ ਕੁਦਰਤ ਦਾ ਇਹ ਬਣਾਇਆ ਹੈ, ਪਸਾਰਾ ਕੀਤਾ ਹੈ, ਇਹ ਕਿੱਡਾ ਵੱਡਾ ਪਸਾਰਾ ਹੈ।
ਨਾ ਹੀ ਕਿਸੇ ਨੇ ਅੱਖਾਂ ਨਾਲ ਵੇਖਿਆ ਹੈ ਤੇ ਨਾ ਹੀ ਕੋਈ ਨਾਪ ਤੋਲ ਕਰਕੇ ਦੱਸ ਸਕਦਾ ਹੈ। ਸੋ ਸਪਸ਼ਟ ਹੋ ਗਿਆ ਕਿ ਪਰਮਾਤਮਾ ਦੀ ਬਣਾਈ ਹੋਈ ਕੁਦਰਤ, ਉਹਦੇ ਪਸਾਰੇ ਨੂੰ ਕੋਈ ਲੇਖੇ ਜੋਖੇ ਵਿੱਚ ਨਹੀਂ ਲਿਆ ਸਕਦਾ। ਉਹਦੀ ਗਿਣਤੀ ਮਿਣਤੀ ਕੋਈ ਨਹੀਂ ਕਰ ਸਕਦਾ, ਕਿਉਂਕਿ ਉਹ ਆਪ ਬੇਅੰਤ ਹੈ ਤੇ ਉਹਦੀ ਬਣੀ ਹੋਈ ਕੁਦਰਤ ਬੇਅੰਤ ਹੈ। ਤੇ ਗੁਰੂ ਪਾਤਸ਼ਾਹ ਜੀ ਅੱਜ ਕਹਿ ਰਹੇ ਨੇ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੇ। ਆਪ ਪਰਮਾਤਮਾ ਨੂੰ ਵੱਡਾ ਆਖਣਾ ਚਾਹੀਦਾ ਹੈ। ਇਹ ਵੀ ਵਿਸ਼ਾ ਵੱਖਰਾ ਹੈ ਵੀ ਉਹਦੇ ਗੁਣ ਗਾ ਕਰਕੇ ਉਹਦੇ ਗੁਣਾਂ ਦੇ ਵਿੱਚ ਅਭੇਦ ਹੋਣਾ ਵਾ, ਉਹਦੀਆਂ ਵਡਿਆਈਆਂ ਨੂੰ, ਉਹਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਵਾ। ਇਹ ਵਿਸ਼ਾ ਵੱਖਰਾ ਵਾ। ਜੇ ਬੰਦਾ ਆ ਕੇ ਕਿ ਮੈਂ ਉਹਨੂੰ ਜਪ ਕੇ, ਉਹਦਾ ਸਿਮਰਨ ਕਰਕੇ, ਉਹਦੇ ਗੁਣਾਂ ਦਾ ਲੇਖਾ ਜੋਖਾ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰਾਂ ਵੀ ਉਹ ਏਡਾ ਵੱਡਾ ਹੈ, ਕਿੱਡਾ ਵੱਡਾ ਹੈ, ਇਹ ਤੇ ਫਿਰ ਉਹ ਆਪੇ ਜਾਣੇ, ਆਪ ਹੀ ਜਾਣਦਾ ਵਾ। ਹੁਣ ਆਪਾਂ ਕੱਲ੍ਹ ਹੀ ਪੌੜੀ ਜਿਹੜੀ ਵਿਚਾਰ ਕੇ ਆਏ ਹਾਂ ਵੀ ਜੇ ਉਸ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਬਾਰੇ ਵੀ ਇਸ ਤਰੀਕ ਨੂੰ, ਇਸ ਡੇਟ ਨੂੰ, ਇਸ ਰੁੱਤ ਨੂੰ, ਇਸ ਮਹੀਨੇ ਦੇ ਵਿੱਚ ਉਹਨੇ ਆ ਸ੍ਰਿਸ਼ਟੀ ਬਣਾਈ ਆ, ਫਿਰ ਤੇ ਪੰਡਤਾਂ ਨੇ ਵੀ ਲਿਖ ਦੇਣਾ ਸੀ, ਫਿਰ ਤੇ ਕਾਦੀਆਂ ਨੇ ਵੀ ਲਿਖ ਦੇਣਾ ਸੀ ਆਪਣੇ ਗ੍ਰੰਥਾਂ ਦੇ ਵਿੱਚ, ਫਿਰ ਤੇ ਜੋਗੀਆਂ ਨੇ ਵੀ ਲਿਖ ਦੇਣਾ ਸੀ ਵੀ ਸ੍ਰਿਸ਼ਟੀ ਕਦੋਂ ਬਣੀ। ਅੱਜ ਇਹ ਵੀ ਮਨੁੱਖ ਖੋਜਣ ਦਾ ਯਤਨ ਕਰ ਰਿਹਾ ਹੈ ਵੀ ਸ੍ਰਿਸ਼ਟੀ ਕਦੋਂ ਬਣੀ, ਕਿਹੜਾ ਦਿਨ ਸੀ, ਕਿਹੜਾ ਵਾਰ ਸੀ, ਇਹ ਤਾਂ ਨਹੀਂ ਬੰਦਾ ਲੱਭ ਸਕਿਆ। ਪਰ ਬੰਦੇ ਨੇ ਹਜ਼ਾਰਾਂ ਕਰੋੜ ਸਾਲ ਇਹ ਸ਼ਬਦ ਵਰਤ ਦਿੱਤੇ ਨੇ ਵੀ ਹਜ਼ਾਰਾਂ ਕਰੋੜ ਸਾਲ ਪਹਿਲਾਂ ਇਹ ਧਰਤੀ ਜਿਹੜੀ ਅੱਗ ਦਾ ਗੋਲਾ ਸੀ, ਹੌਲੀ ਹੌਲੀ ਇਹ ਠੰਡੀ ਹੋਈ, ਇਹਦੇ ਉੱਤੇ ਜਲ ਦੇ ਬੂੰਦਾਂ ਪਈਆਂ, ਹੌਲੀ ਹੌਲੀ ਇਹ ਕਣਾਂ ਦੇ ਰੂਪ ਦੇ ਵਿੱਚ, ਜਾਂ ਆਪਣੇ ਅਨੁਮਾਨ ਲਗਾ ਕਰਕੇ ਉਹ ਦੱਸ ਰਿਹਾ ਵਾ ਸਾਇੰਸ ਆਪਣੇ ਵਿਗਿਆਨ ਦੇ ਵਿਸ਼ੇ ਰਾਹੀਂ ਵੀ ਇਸ ਤਰ੍ਹਾਂ ਧਰਤੀ ਦੇ ਵਿੱਚ ਵਿਕਾਸ ਹੋਇਆ, ਜੀਵ ਪੈਦਾ ਹੋਏ, ਪਹਿਲਾਂ ਪਾਣੀ ਬਣਿਆ, ਪਾਣੀ ਤੋਂ ਫਿਰ ਸਾਰਾ ਬ੍ਰਹਿਮੰਡ ਜਿਹੜਾ ਹੈ ਜੀਵ ਜੰਤੂਆਂ ਤੇ ਮਨੁੱਖ ਵਨਸਪਤੀ ਦੀ ਹੋਂਦ ਵਿੱਚ ਆਇਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਅਨੁਮਾਨ ਲਗਾ ਕੇ ਤੇ ਦੱਸ ਦਿੱਤਾ ਵੀ ਹਜ਼ਾਰਾਂ ਕਰੋੜਾਂ ਸਾਲ। ਕਿਹੜੇ ਹਜ਼ਾਰਾਂ ਕਰੋੜਾਂ ਸਾਲ, ਕਿੰਨੇ ਹਜ਼ਾਰਾਂ ਕਰੋੜਾਂ ਸਾਲ, ਇਹ ਨਹੀਂ ਤੁਸੀਂ ਦੱਸ ਸਕੇ। ਤੇ ਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ, ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੇ ਰੁਤ ਮਹਾ ਨਾ ਕੋਈ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਉਹ ਕਰਤਾ ਹੀ ਜਾਣਦਾ ਹੈ ਵੀ ਕਿਸ ਦਿਨ, ਕਿਹੜੇ ਵਾਰ ਨੂੰ ਉਹਨੇ ਕਦੋਂ ਇਹ ਸ੍ਰਿਸ਼ਟੀ ਬਣਾਈ, ਪਹਿਲਾ ਜੀਵ ਕਿਹੜਾ ਸੰਸਾਰ ਦੇ ਵਿੱਚ ਉਹਨੇ ਜਨਮਿਆ ਸੀ, ਉਹ ਆਪ ਜਾਣਦਾ। ਅਸੀਂ ਤੁਸੀਂ ਨਹੀਂ ਜਾਣ ਸਕਦੇ। ਤੇ ਸਾਡਾ ਇਹ ਜਾਣਨਾ, ਸਾਡਾ ਇਹ ਅੰਤ ਪਾਉਣ ਦੀਆਂ ਕੋਸ਼ਿਸ਼ਾਂ ਇਹ ਵਿਅਰਥ ਨੇ। ਆਪਣਾ ਸਮਾਂ, ਆਪਣੀ એનર્ਜੀ ਇਹ ਗਵਾਣੀ ਹੈ, ਹੋਰ ਕੁਝ ਨਹੀਂ। ਸਾਡਾ ਮਨੋਰਥ ਇਹ ਹੈ ਕਿ ਉਹਦੇ ਗੁਣਾਂ ਨੂੰ ਚੇਤੇ ਕਰਕੇ, ਹਉਮੈ ਤੋਂ ਰਹਿਤ ਹੋ ਕਰਕੇ ਅਸੀਂ ਸਚਿਆਰ ਹੋਣਾ ਵਾ, ਅਸੀਂ ਉਹਦੇ ਵਿੱਚ ਅਭੇਦ ਹੋਣਾ ਵਾ, ਉਹਦੇ ਗੁਣ ਧਾਰਨ ਕਰਕੇ ਚੰਗੀ ਸੋਚ, ਚੰਗੇ ਕਿਰਦਾਰ ਦੇ ਮਾਲਕ ਬਣਨਾ ਵਾ, ਗੁਣਾਂ ਦੇ ਮਾਲਕ ਬਣਨਾ ਵਾ, ਤਾਂ ਕਿ ਉਹਦੇ ਗੁਣ ਸਾਡੇ ਹਿਰਦੇ ਵਿੱਚ ਵਸਣ ਤੇ ਅਸੀਂ ਇਨਸਾਨ ਬਣ ਕੇ ਇਸ ਸੰਸਾਰ ਦੇ ਵਿੱਚ ਵਿਚਰ ਸਕੀਏ, ਅਸੀਂ ਮਨੁੱਖ ਹੋ ਕੇ ਇਸ ਸੰਸਾਰ ਦੇ ਵਿੱਚ ਵਿਚਰ ਸਕੀਏ। ਹੁਣ ਮਨੁੱਖ ਦੇ ਕੋਲ ਮਨੁੱਖੀ ਜਾਮਾ ਹੈ, ਪਰ ਜੇ ਉਹਦੇ ਕੋਲ ਮਨੁੱਖਾਂ ਵਾਲੇ ਕਰਮ ਹੀ ਨਹੀਂ, ਜੇ ਉਹਦੇ ਕੋਲ ਇਨਸਾਨੀ ਜਾਮਾ ਹੈ ਤੇ ਇਨਸਾਨੀਅਤ ਉਹਦੇ ਹਿਰਦੇ ਵਿੱਚ ਨਹੀਂ, ਉਹਦੇ ਕੋਲ ਸੱਚ ਨਹੀਂ, ਸਬਰ ਨਹੀਂ, ਸੰਤੋਖ ਨਹੀਂ, ਦਇਆ ਨਹੀਂ, ਨਿਮਰਤਾ ਨਹੀਂ, ਇਹ ਗੁਣ ਨਹੀਂ, ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਮਨੁੱਖ ਨੂੰ ਮਨੁੱਖ ਆਖਣ ਦੀ ਲੋੜ ਹੀ ਨਹੀਂ, ਉਹਦੇ ਨਾਲ ਤਾਂ ਪਸ਼ੂ ਚੰਗਾ ਵਾ। ਪਿੱਛੇ ਆਪਾਂ ਪੜ੍ਹ ਕੇ ਆਏ ਨਾ, ਸੰਤੋਖ ਥਾਪ ਰੱਖਿਆ ਜਨ ਸੂਤ, ਵੀ ਪਰਮਾਤਮਾ ਨੇ ਸੰਤੋਖ ਦੇ ਸੂਤਰ ਦੇ ਵਿੱਚ ਇਸ ਕੁਦਰਤ ਨੂੰ ਪਰੋਤਾ ਹੋਇਆ। ਸੰਤੋਖ ਇੱਕ ਧਾਗਾ ਹੈ। ਫਿਰ ਧਰਮ ਦੀ ਗੱਲ ਵੀ ਆਉਂਦੀ, ਫਿਰ ਦਇਆ ਦੀ ਗੱਲ ਵੀ ਆਉਂਦੀ ਆ। ਜੇ ਮਨੁੱਖ ਦੇ ਜੀਵਨ ਵਿੱਚ ਸੰਤੋਖ ਹੋਏਗਾ ਤੇ ਉਹਦੇ ਅੰਦਰ ਦਇਆ ਹੋਵੇਗੀ, ਦਇਆ ਹੋਏਗੀ, ਦਇਆ ਵਸ ਹੋ ਕਰਕੇ ਉਹ ਕਿਸੇ ਲੋੜਵੰਦ ਦੀ ਲੋੜ ਪੂਰੀ ਕਰੇਗਾ। ਤੇ ਸੰਤੋਖੀ ਬੰਦਾ ਹੀ ਕਿਸੇ ਦੀ ਲੋੜ ਪੂਰੀ ਕਰਨ ਦੀ ਅੰਦਰੋਂ ਭਾਵਨਾ ਰੱਖਦਾ। ਜਿਹੜਾ ਲੋਭੀ ਬੰਦਾ ਹੈ ਉਹ ਤੇ ਲੁੱਟੇਗਾ, ਉਹ ਤੇ ਖੋਆ ਖੋਈ ਕਰੇਗਾ,
ਖੋਹਣ ਵਾਲਾ ਬੰਦਾ, ਲੁੱਟਣ ਵਾਲਾ ਬੰਦਾ ਕਿਵੇਂ ਕਿਸੇ ਦੀ ਮਦਦ ਕਰ ਸਕਦਾ, ਕਿਵੇਂ ਕਿਸੇ ਦੀ ਤਲੀ ਤੇ ਰੱਖ ਸਕਦਾ, ਕਿਸੇ ਗਰੀਬ ਲੋੜਵੰਦ ਦੀ ਉਹ ਕੋਈ ਸੇਵਾ ਕਰ ਸਕਦਾ ਹੈ। ਸੰਤੋਖ ਜਿਸ ਬੰਦੇ ਦੇ ਅੰਦਰ ਹੈ ਉਹਦੇ ਅੰਦਰ ਦਇਆ ਹੋਵੇਗੀ ਤੇ ਦਇਆ ਉਹਨੂੰ ਪਰਉਪਕਾਰ ਵਾਲੇ ਪਾਸੇ ਲੈ ਕੇ ਜਾਏਗੀ। ਫਿਰ ਉਹ ਅੰਦਰੋਂ ਧਰਮੀ ਬਣੇਗਾ, ਕਿਉਂਕਿ ਉਹ ਧੌਲ ਧਰਮ ਦਇਆ ਕਾ ਪੂਤ। ਵੇਖੋ ਕਿਵੇਂ ਲੜੀ ਆਪਸ ਵਿੱਚ ਜੁੜੀ ਹੋਈ ਹੈ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਆਹ ਜਿਹੜੇ ਗੁਣ ਨੇ ਨਾ, ਇਹ ਆਪਣੀ ਜ਼ਿੰਦਗੀ ਵਿੱਚ ਤੂੰ ਲੈ ਕੇ ਆਉਣੇ ਆ ਤਾਂ ਕਿ ਤੂੰ ਇਨਸਾਨ ਬਣ ਸਕੇ, ਤੂੰ ਪਰਉਪਕਾਰੀ ਜੀਵਨ ਜਿਉਣ ਵਾਲਾ ਬਣ ਸਕੇ। ਨਹੀਂ ਤੇ ਫਿਰ ਤੇਰੇ ਨਾਲ ਪਸ਼ੂ ਚੰਗਾ ਹੈ। ਬੜਾ ਪਿਆਰਾ ਬਚਨ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਕਿ ਪਸ਼ੂ ਆਪਣੇ ਮਾਲਕ ਦਾ ਖਾ ਕਰਕੇ ਉਹਨੂੰ ਦੁੱਧ ਦਿੰਦਾ ਹੈ, ਦੁੱਧ ਤੋਂ ਕਈ ਲੋੜਾਂ ਕਿਸਾਨ ਦੀਆਂ ਮਾਲਕ ਦੀਆਂ ਪੂਰੀਆਂ ਹੁੰਦੀਆਂ ਨੇ। ਤੇ ਜਿਹੜਾ ਪਸ਼ੂ ਦੁੱਧ ਦੇ ਰਿਹਾ ਹੈ ਨਾ, ਮਾਲਕ ਉਹਨੂੰ ਖਵਾ ਪਿਲਾ ਰਿਹਾ ਤੇ ਮਾਲਕ ਉਹਨੂੰ ਸ਼ਾਬਾਸ਼ ਦਿੰਦਾ ਹੈ ਵੀ ਜਿੰਨਾ ਮੈਂ ਤੈਨੂੰ ਖਵਾਇਆ ਤੂੰ ਮੈਨੂੰ ਅੰਮ੍ਰਿਤ ਵਰਗਾ ਦੁੱਧ ਦਿੱਤਾ ਹੈ ਉਹਦੇ ਬਦਲੇ ਦੇ ਵਿੱਚ। ਪਰ ਇਨਸਾਨ ਉਸ ਮਾਲਕ ਵਾਹਿਗੁਰੂ ਜੀ ਦੀਆਂ ਦਾਤਾਂ ਭੁੰਚ ਕਰਕੇ ਖਾ ਪੀ ਕੇ ਕਹਿੰਦੇ ਨੇ ਉਹਦੇ ਗੁਣਾਂ ਨੂੰ ਵਿਸਾਰ ਕਰਕੇ ਉਹ ਇਨਸਾਨੀਅਤ ਤੋਂ ਥੱਲੇ ਡਿੱਗ ਕੇ ਮਾੜੇ ਕਰਮ ਕਰਦਾ ਵਾ, ਧ੍ਰਿਗ ਜੀਵਨ ਕਰਮ ਕਰੇ। ਕਹਿੰਦੇ ਨੇ ਉਹ ਇਨਸਾਨ ਫਿਰ ਇਨਸਾਨ ਨਹੀਂ ਆਖਿਆ ਜਾਣਾ ਚਾਹੀਦਾ, ਪਸ਼ੂ ਨਾਲ ਵੀ ਗਿਆ ਗੁਜ਼ਰਿਆ ਵਾ। ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਉਹਦਾ ਜਨਮ ਜਿਹੜਾ ਹੈ, ਜੀਵਨ ਜਿਹੜਾ ਹੈ ਤਰਕਾਰਯੋਗ ਹੈ। ਕਰਮ ਉਹਦੇ ਚੰਗੇ ਨਹੀਂ, ਇਨਸਾਨਾਂ ਵਾਲੇ ਕਰਮ ਨਹੀਂ, ਮਨੁੱਖਾਂ ਵਾਲੇ ਕਰਮ ਨਹੀਂ। ਸੋ ਅਸੀਂ ਉਹਦੇ ਗੁਣ ਚੇਤੇ ਕਰਕੇ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਆ। ਉਹਦਾ ਲੇਖਾ ਜੋਖਾ ਨਹੀਂ ਅਸੀਂ ਕਰ ਪਾਵਾਂਗੇ, ਉਹ ਲੇਖੇ ਤੋਂ ਬਾਹਰ ਹੈ। ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣਿਆ। ਹੁਣ ਪਹਿਲੀਆਂ ਪੰਕਤੀਆਂ ਵਿੱਚ ਜਿਹੜੇ ਲੋਕ ਲੇਖਾ ਜੋਖਾ ਕਰ ਰਹੇ ਸਨ, ਉਹਨਾਂ ਨੇ ਅਨੁਮਾਨ ਲਗਾਇਆ ਕਿ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਵੀ ਲੱਖਾਂ ਹੀ ਪਤਾਲ ਨੇ ਤੇ ਲੱਖਾਂ ਹੀ ਆਗਾਸ ਨੇ। ਲੱਖ ਸ਼ਬਦ ਸੈਂਟਰ ਵਿੱਚ ਆਇਆ ਵਾ। ਲੱਖ ਸ਼ਬਦ ਪਤਾਲਾਂ ਨਾਲ ਵੀ ਜੁੜੇਗਾ ਤੇ ਆਗਾਸ਼ਾਂ ਨਾਲ ਵੀ ਜੁੜੇਗਾ। ਜਿਵੇਂ ਆਪਾਂ ਸੋਹੀ ਰਾਗ ਦੇ ਵਿੱਚ ਸ਼ਬਦ ਪੜ੍ਹਦੇ ਹਾਂ ਨਾ, ਹਰ ਹਰ ਕਰੇ ਨਿਤ ਕਪਟ ਕਮਾਵੇ, ਵੀ ਨਿਤ ਤੂੰ ਹਰ ਹਰੀ ਵੀ ਕਰਦਾ ਵਾ, ਨਿਤ ਤੂੰ ਕਪਟ ਵੀ ਕਮਾਨਾ। ਨਿਤ ਸ਼ਬਦ ਸੈਂਟਰ ਵਿੱਚ ਹੈ, ਦੋਵਾਂ ਨਾਲ ਟੁਕਦਾ ਪਿਆ ਵਾ। ਹਰ ਹਰ ਦੇ ਨਾਲ ਵੀ ਫਿੱਟ ਹੋ ਰਿਹਾ ਵਾ ਤੇ ਕਪਟ ਨਾਲ ਵੀ ਫਿੱਟ ਹੋ ਰਿਹਾ। ਇੱਥੇ ਐਵੇਂ ਹੀ ਇਹ ਲੱਖ ਸ਼ਬਦ ਜਿਹੜਾ ਵਾ ਨਾ, ਜਿਵੇਂ ਆਪਾਂ ਦਰਵਾਜ਼ੇ ਦੇ ਵਿਚਕਾਰ ਦੀਵਾ ਜਗਾ ਦਈਏ ਨਾ, ਤੇ ਬਾਹਰ ਵੀ ਚਾਨਣਾ ਦਿੰਦਾ ਹੈ ਤੇ ਅੰਦਰ ਵੀ ਚਾਨਣਾ ਦੇਵੇਗਾ। ਇਸੇ ਤਰ੍ਹਾਂ ਇਹ ਸੈਂਟਰ ਵਿੱਚ ਸ਼ਬਦ ਆਇਆ ਵਾ ਲੱਖ, ਇਹ ਪਤਾਲਾਂ ਨਾਲ ਵੀ ਜੁੜ ਰਿਹਾ ਵਾ ਤੇ ਆਗਾਸ਼ਾਂ ਨਾਲ ਵੀ ਜੁੜ ਰਿਹਾ ਵਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਵੇਦਾਂ, ਸਿਮਰਤੀਆਂ, ਗ੍ਰੰਥਾਂ ਜਾਂ ਵਿਗਿਆਨ ਤੇ ਤਲ ਤੇ ਖੋਜ ਕਰਨ ਵਾਲੇ ਇਨਸਾਨ, ਉਹਨਾਂ ਨੇ ਅਨੁਮਾਨ ਲਗਾ ਦਿੱਤੇ ਕਿ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਵੀ ਲੱਖਾਂ ਪਤਾਲ ਨੇ ਤੇ ਲੱਖਾਂ ਆਗਾਸ਼ ਨੇ। ਕਹਿੰਦੇ ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ, ਅਜੇ ਵੀ ਖੋਜ ਕਰੀ ਤੁਰੇ ਜਾ ਰਹੇ ਨੇ, ਖੋਜਦੇ ਆ ਰਹੇ ਨੇ, ਅਨੁਮਾਨ ਲਗਾਉਂਦੇ ਜਾ ਰਹੇ ਨੇ। ਵੇਦਾਂ ਨੂੰ ਪੜ੍ਹ ਕੇ, ਆਪਣੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ, ਉਹਨਾਂ ਦਾ ਗਿਆਨ, ਉਹਨਾਂ ਦਾ ਪੇਸ਼ਕਾਰੀ ਕਰਕੇ ਲੱਖਾਂ ਪਤਾਲ, ਲੱਖਾਂ ਆਗਾਸ ਇਹ ਲਿਖ ਰਹੇ ਨੇ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਥੱਕ ਗਏ ਨੇ, ਕੋਈ ਵੀ ਅੱਜ ਤੱਕ ਇਹ ਉਹਦੀ ਇਸ ਬਣਾਈ ਕੁਦਰਤ ਦੀ ਤਹਿ ਤੱਕ ਉਹਦਾ ਅੰਤ ਨਹੀਂ ਪਹੁੰਚ ਨਹੀਂ ਸਕਿਆ, ਉਹਦਾ ਅੰਤ ਨਹੀਂ ਪਾ ਸਕਿਆ। ਊੜਕ ਊੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਰ, ਸਹਿਸ 18 ਕਹਿਣ ਕਤੇਬਾਂ, ਅਸਲੂ ਇੱਕ ਧਾਤ। ਹੁਣ ਮੁਸਲਮਾਨ ਇਸਲਾਮ ਦੀਆਂ ਜਿਹੜੀਆਂ, ਉਸ ਮੁਸਲਮਾਨ ਮੱਤ ਦੀਆਂ, ਇਸਲਾਮ ਦੀਆਂ ਜਿਹੜੀਆਂ ਧਰਮ ਪੁਸਤਕਾਂ ਵਾ, ਈਸਾਈ ਮੱਤ ਦੀਆਂ ਜਿਹੜੀਆਂ ਧਰਮ ਪੁਸਤਕਾਂ ਵਾ, ਕੁਰਾਨ ਹੋ ਗਈ, ਤੌਰੇਤ ਹੋ ਗਈ, ਜੰਬੂਰ ਹੋ ਗਈ, ਅੰਜੀਲ ਹੋ ਗਈ, ਇਹਨਾਂ ਕਿਤਾਬਾਂ ਦੇ ਵਿੱਚ 18,000 ਆਲਮ ਬਿਆਨ ਕੀਤੇ ਨੇ। ਵੀ 18,000 ਆਲਮ ਨੇ ਜੋ ਪ੍ਰਮਾਤਮਾ ਨੇ, ਜੋ ਕੁਦਰਤ ਬਣਾਈ ਹੋਈ ਹੈ, ਤੇ ਇਹਨਾਂ ਸਾਰਿਆਂ ਦਾ ਮੁੱਢ ਪ੍ਰਮਾਤਮਾ ਹੀ ਆ। ਕਹਿੰਦੇ ਨੇ ਉਹ ਵੀ ਲੇਖਾ ਜੋਖਾ ਇਹ ਕਰਕੇ ਦੱਸ ਗਏ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਕਮਲਿਓ, ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਬਿਨਾ। ਤੁਸੀਂ ਲੱਖ ਆਕਾਸ਼ ਕਹਿ ਰਹੇ ਹੋ, ਲੱਖ ਪਤਾਲ ਕਹਿ ਰਹੇ ਹੋ, 18,000 ਆਲਮ ਕਹਿ ਰਹੇ ਹੋ, ਤੁਸੀਂ ਤੇ ਲੇਖੇ ਵਿੱਚ ਲੈ ਆਂਦਾ, ਉਹ ਤਾਂ ਲੇਖੇ ਤੋਂ ਬਾਹਰ ਹੈ।
ਮੈਂ ਤੇ ਅਸੰਖ ਸ਼ਬਦ ਵਰਤ ਕੇ ਵੀ ਕਹਿ ਰਿਹਾ ਵੀ ਅਸੰਖ ਕਹਿ ਸਿਰ ਭਾਰ ਹੋਏ, ਅਸੰਖ ਸ਼ਬਦ ਵੀ ਉਹਦੇ ਵਾਸਤੇ ਘੱਟ ਹੈ। ਤੁਸੀਂ ਤੇ ਲੱਖਾਂ ਵਰਤਦੇ ਪਏ ਹੋ, ਤੁਸੀਂ ਹਜ਼ਾਰਾਂ ਵਰਤਦੇ ਪਏ ਹੋ, ਤੇ ਲੇਖੀ ਜੋਖੀ ਵਿੱਚ ਆਉਂਦਾ ਹੀ ਨਹੀਂ। ਲੇਖਾ ਹੋਏ ਤਾਂ ਲੇਖੀ ਹੈ, ਲੇਖੇ ਹੋਏ ਵਿਨਾਸ਼। ਤੁਹਾਡਾ ਕੀਤਾ ਹੋਇਆ ਲੇਖਾ ਛੇਤੀ ਵਿਨਾਸ਼ ਹੋ ਜਾਏਗਾ। ਛੇਤੀ ਕੋਈ ਦੂਸਰਾ ਕਹਿ ਦੇਵੇਗਾ ਵੀ ਇਹ ਲੇਖਾ ਠੀਕ ਨਹੀਂ ਹੈ, ਕਿਉਂਕਿ ਉਹ ਹਿੰਦਸਿਆਂ ਦੇ ਵਿੱਚ, ਸ਼ਬਦਾਂ ਦੇ ਵਿੱਚ, ਅੰਕਾਂ ਦੇ ਵਿੱਚ ਆਉਂਦਾ ਹੀ ਨਹੀਂ ਹੈ। ਬੇਸ਼ੁਮਾਰ ਹੈ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨ ਹੀ ਲਈ ਹੈ। ਤੇਰਾ ਅੰਤ, ਤੇਰੀ ਕੁਦਰਤ ਦਾ ਅੰਤ ਕੋਈ ਨਹੀਂ ਪਾ ਸਕਦਾ। ਸੋ ਗੁਰੂ ਪਾਤਸ਼ਾਹ ਜੀ ਵਾਰ-ਵਾਰ ਇਸ ਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਵੀ ਤੂੰ ਉਹਦੇ ਗੁਣਾਂ ਨਾਲ ਸਾਂਝ ਪਾ ਕੇ ਹਉਮੈ ਤੋਂ ਰਹਿਤ ਹੋ ਕੇ ਸਚਿਆਰ ਹੋਣ ਦੀ ਕੋਸ਼ਿਸ਼ ਕਰਨੀ ਆ। ਸਚਿਆਰ ਹੋਣਾ ਵਾ, ਨਾ ਕਿ ਤੂੰ ਉਹਦੇ ਗੁਣਾਂ ਨੂੰ ਵਿਚਾਰ ਕੇ ਉਹਦੀ ਤਹਿ ਤੱਕ ਜਾਂ ਉਹਦੀ ਕੁਦਰਤ ਦਾ ਅੰਤ ਪਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਹਨ। ਇਸ ਤਰ੍ਹਾਂ ਕਰੇਗਾ ਤੇ ਤੇਰੀ એનર્ਜੀ ਵਿਅਰਥ ਚਲੀ ਜਾਏਗੀ ਤੇ ਉਹ ਲੇਖਾ ਫਿਰ ਵੀ ਨਹੀਂ ਕਰ ਸਕੇਗਾ, ਕਿਉਂਕਿ ਉਹ ਲੇਖੇ ਦੇ ਵਿੱਚ ਆਉਂਦਾ ਹੀ ਨਹੀਂ ਉਹ ਪਰਮਾਤਮਾ। ਇਸ ਕਰਕੇ ਭਾਈ ਤੂੰ ਉਹਦੇ ਗੁਣ ਚੇਤੇ ਕਰਕੇ ਸਚਿਆਰ ਬਣ, ਚੰਗਾ ਇਨਸਾਨ ਬਣ, ਉਹਦੇ ਗੁਣ ਗਾ ਕੇ ਉਹਦੇ ਵਿੱਚ ਅਭੇਦ ਹੋ, ਉਹਦੇ ਵਿੱਚ ਵਲੀਨਤਾ ਹਾਸਲ ਕਰ। ਇਸ ਪੌੜੀ ਦੇ ਰਾਹੀਂ ਸਾਨੂੰ ਗੁਰੂ ਮਹਾਰਾਜ ਜੀ ਇਹ ਸੰਦੇਸ਼ ਦੇ ਰਹੇ ਆ ਜੀ। ਭੁੱਲ ਗਲਤੀ ਦੀ ਖਿਮਾ ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।